ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨਾਲ ਵੱਡੇ ਵਾਅਦੇ ਕਰਕੇ ਸੱਤਾ 'ਚ ਆਈ ਸੀ, ਪਰ ਅੱਜ 2 ਸਾਲ ਬਾਅਦ ਉਹਨਾਂ 'ਚੋਂ ਕਿੰਨੇ ਕੁ ਵਾਅਦੇ ਪੂਰੇ ਹੋਏ, ਦੱਸ ਰਹੇ ਨੇ ਪੰਜਾਬ ਦੇ ਲੋਕ ਵਾਅਦਿਆਂ ਦਾ ਸੱਚ। ਸਾਡਾ ਪਹਿਲਾ ਵਾਅਦਾ ਤੁਹਾਡੇ ਨਾਲ ਕਿ ਜਿਹੜੇ 55 ਲੱਖ ਪਰਿਵਾਰ ਨੇ ਸਾਡੇ ਪੰਜਾਬ 'ਚ, ਕਾਂਗਰਸ ਪਾਰਟੀ ਹਰ ਪਰਿਵਾਰ ਦੇ ਵਿੱਚ ਇੱਕ ਬੰਦੇ ਨੂੰ ਇੱਕ ਨੌਕਰੀ ਦੇਗੀ, ਜਾਂ ਬੱਚੀ ਨੂੰ ਜਾਂ ਬੱਚੇ ਨੂੰ। ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋ ਚੁੱਕੇ ਨੇ ਤੇ ਕੈਪਟਨ ਸਰਕਾਰ ਨੇ ਚੋਣਾਂ ਦੇ ਵਿੱਚ ਵੱਡੇ ਵਾਅਦੇ ਲੋਕਾਂ ਨਾਲ ਕੀਤੇ ਸੀ, ਘਰ ਘਰ ਰੋਜ਼ਗਾਰ ਦੇਣ ਦਾ, ਘਰ ਘਰ ਨੌਕਰੀ ਦੇਣ ਦਾ, ਪਰ ਕਿੰਨੇ ਕੁ ਵਾਅਦੇ ਪੂਰੇ ਕੀਤੇ ਨੇ ਬਠਿੰਡਾ ਦੇ ਲੋਕਾਂ ਤੋਂ ਹੀ ਜਾਣਦੇ ਆ। ਪਿੰਡਾਂ ਵਿੱਚੋਂ ਫਾਰਮ ਵਗੈਰਾ ਇਹਨਾਂ ਨੇ ਭਰਵਾਏ ਸੀਗੇ, ਇੱਦਾਂ ਕਰਕੇ ਵੀ ਅਸੀਂ ਨੌਜਵਾਨਾਂ ਨੂੰ ਜਿਹੜੇ ਬੇਰੁਜ਼ਗਾਰ ਫਿਰਦੇ ਆ ਉਹਨਾਂ ਨੂੰ ਅਸੀਂ ਜੌਬ ਦੇਵਾਂਗੇ, ਪਰ ਹਾਲੇ ਤੱਕ ਕਿਸੇ ਨੌਜਵਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਜੌਬ ਨਹੀਂ ਮਿਲੀ। ਇਹਨਾਂ ਦੇ ਵਾਅਦੇ ਹੁਣ ਮਤਲਬ ਕਿ ਖੋਖਲੇ ਨਜ਼ਰ ਆ ਰਹੇ ਆ, ਕਿਸੇ ਤਰ੍ਹਾਂ ਦਾ ਇਹਨਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਨੌਜਵਾਨਾਂ ਨੂੰ ਲਾਲਚ ਦੇ ਕੇ ਇਹਨਾਂ ਨੇ ਵੋਟ ਹਤੇ ਆਏ, ਆਪਣੀ ਸਰਕਾਰ ਬਣਾਈ ਹੈਗੀ ਹੈ। 2 ਸਾਲ ਹੋ ਗਏ, ਨੌਜਵਾਨ ਉੱਥੇ ਹੀ ਹੈਗੇ ਜਿੱਥੇ ਪਹਿਲੇ ਸੀਗਾ, ਕੋਈ ਨੌਕਰੀਆਂ ਨਹੀਂ ਗੀਆਂ। ਨੌਜਵਾਨ ਜਿਹੜਾ ਹੈਗਾ ਪੜ੍ਹਿਆ ਲਿਖਿਆ ਉਹ ਬੇਰੁਜ਼ਗਾਰ ਫਿਰਦਾ ਹੈਗਾ। ਹਜੇ ਤੱਕ ਤਾਂ ਕੋਈ ਰੁਜ਼ਗਾਰ ਨਹੀਂ ਮਿਲਿਆ ਤੇ ਅਨਇੰਪਲੋਇਮੈਂਟ ਉਵੇਂ ਹੀ ਹੈਗੀ ਜਿਵੇਂ ਪਹਿਲਾਂ ਸੀ, ਜਿਵੇਂ 10 ਸਾਲਾਂ 'ਚ ਉਵੇਂ ਚੱਲ ਰਿਹਾ ਸੀ। ਉਹ ਕਾਰਨ ਵੀ ਬਾਹਰ ਜਾਣ ਦਾ ਇਹੀ ਵੀ ਇੱਥੇ ਰੁਜ਼ਗਾਰ ਨਹੀਂ, ਉਹਨਾਂ ਨੇ ਵਿਚਾਰਿਆਂ ਨੇ ਆਪਦਾ ਵੇਚ ਵੱਟ ਕੇ ਬਾਹਰ ਨੂੰ ਜਾਣਾ। ਮੁੰਡੇ ਪੜ੍ਹੇ ਲਿਖੇ ਬੇਰੁਜ਼ਗਾਰ ਇਸ ਟਾਈਮ ਦੁਕਾਨਾਂ ਤੇ 2-2000 2500 3-3000 ਰੁਪਏ ਦੇ ਨੌਕਰੀਆਂ ਕਰਦੇ ਪਏ ਨੇ। ਦੂਸਰੇ ਬੰਨੇ ਬੰਦਾ ਜਾ ਰਿਹਾ ਜੀ, ਨੌਕਰੀ ਮਿਲਦੀ ਨਹੀਂ ਪਈ ਕਿਸੇ ਵੀ ਤਬਕੇ 'ਚ, ਜਿੱਥੇ ਮਰਜ਼ੀ ਚਲ ਜਾਓ ਸਭ ਬੇਰੁਜ਼ਗਾਰ ਨੇ ਭਾਜੀ। ਹਰ ਹਫ਼ਤੇ ਭਰਦੇ ਆ ਫਾਰਮ, ਪਰ ਕੋਈ ਜੌਬ ਨਹੀਂ ਮਿਲ ਰਹੀਗੀ। ਅਸੀਂ ਇਸ ਤੇ ਠੱਗੀ ਮਹਿਸੂਸ ਕਰ ਰਹੇ ਹਾਂ, ਸਾਨੂੰ ਕੋਈ ਜੌਬ ਨਹੀਂ ਮਿਲੀ। ਇਹ ਇੱਕ ਵੋਟਾਂ ਲੈਣ ਲਈ ਸਾਡੇ ਤੋਂ ਝੂਠੇ ਵਾਅਦੇ ਸੀਗੇ, ਸਿਰਫ ਵੋਟਾਂ ਲਈ ਮਕਸਦ ਸੀ। ਵੋਟਾਂ ਪੂਰੀਆਂ ਹੋ ਗਈਆਂ, ਇਹ ਜਿੱਤ ਗਏ, ਇਹਨਾਂ ਨੇ ਕੋਈ ਵਾਅਦੇ ਨਹੀਂ ਪੂਰੇ ਕੀਤੇ ਗਏ ਸਮਾਜ 'ਚ। ਵਾਅਦੇ ਕਰੇ ਨੇ ਇਹਨਾਂ ਨੇ, ਤੇ ਹੁਣ ਇੱਥੇ ਦੀ 5-5000 ਤੇ 7-7 ਹਜ਼ਾਰ ਤੇ ਇੱਥੇ ਨੌਕਰੀ ਕਰਦੇ BA ਪਾਸ ਆਣਾ ਤੇ ਕੋਈ ਇਹਨਾਂ ਨੇ ਵਾਅਦਾ ਪੂਰਾ ਨਹੀਂ ਕਰਿਆ। ਵੀ ਗ੍ਰੈਜੂਏਟ ਲੋਕ ਜਾਂ ਪੋਸਟ ਗ੍ਰੈਜੂਏਟ ਵੀ ਸਾਰੇ ਵਿਹਲੇ ਫਿਰ ਰਹੇ ਨੇ, ਉਹਨਾਂ ਨੂੰ ਨੌਕਰੀ ਵਾਸਤੇ ਦਰ ਭਟਕਣਾ ਪੈ ਰਿਹਾ। ਜੇ ਉਹਨਾਂ ਨੂੰ ਨੌਕਰੀ ਮਿਲਦੀ ਹੈ ਤਾਂ ਵੱਧ ਤੋਂ ਵੱਧ 5-7 ਹਜ਼ਾਰ ਦੀ ਮਿਲਦੀ ਹੈ, ਇਸ ਤੋਂ ਵੱਧ ਨਹੀਂ ਮਿਲਦੀ ਹੈ। ਕਿਸੇ ਦੀ ਜ਼ਮੀਨ ਮੈਂ ਵਿਕਣ ਨਹੀਂ ਦੇਣੀ ਹੈ, ਤੁਸੀਂ ਆਪਣੇ ਮਨ 'ਚ ਵਸਾ ਲਓ। ਹੁਣ ਕੋਈ ਜ਼ਮੀਨ ਨਹੀਂ ਵਿਕੇਗੀ। ਕਈਆਂ ਨੇ ਲੋਨ ਲਿੱਤੇ ਨੇ ਕੋਆਪਰੇਟਿਵਾਂ 'ਚੋਂ, ਕਈਆਂ ਨੇ ਲਿੱਤੇ ਨੇ ਨੈਸ਼ਨਲ ਬੈਂਕਾਂ 'ਚੋਂ, ਕਈਆਂ ਨੇ ਆੜਤੀਆਂ ਤੋਂ ਲਿੱਤੇ ਹੋਏ ਨੇ। ਇਹ ਤਿੰਨਾਂ ਨੇ ਜਿਹੜਾ ਤੁਹਾਡਾ ਕਰਜ਼ਾ ਹੈ ਅਸੀਂ ਦੇਵਾਂਗੇ, ਪੰਜਾਬ ਸਰਕਾਰ ਦੇਊਗੀ, ਤੁਹਾਨੂੰ ਪੇ ਕਰਨ ਦੀ ਲੋੜ ਨਹੀਂ। ਤੁਹਾਡਾ ਕਰਜ਼ਾ ਜੋ ਆੜਤੀਆਂ ਦੇ ਨਾਲ ਹੈ, ਆੜਤੀਆਂ ਨੂੰ ਅਸੀਂ ਦੇਵਾਂਗੇ, ਬੈਂਕਾਂ ਨੂੰ ਅਸੀਂ ਦੇਵਾਂਗੇ, ਕੋਆਪਰੇਟਿਵ ਮਹਿਕਮੇ ਨੂੰ ਅਸੀਂ ਦੇਵਾਂਗੇ। ਮੈਂ ਨਵਦੀਪ ਆਲੂਵਾਲੀਆ ਜਾਣਦੇ ਹਾਂ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਤੋਂ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਦਾ ਪੂਰਨ ਕਰਜ਼ ਮਾਫ ਕਰਨ ਦਾ ਵਾਅਦਾ ਕੀਤਾ ਗਿਆ ਸੀ। ਇਹ ਵਾਅਦਾ ਪੰਜਾਬ ਦੇ ਕਿਸਾਨਾਂ ਨੂੰ ਕਿੰਨਾ ਵਫਾ ਕੀਤਾ ਔਰ ਪੰਜਾਬ ਦੇ ਕਿਸਾਨ ਇਸ ਕਰਜ਼ ਮਾਫੀ ਨੂੰ ਕਿਸ ਤਰ੍ਹਾਂ ਦੇਖਦੇ ਹੈ, ਆਓ ਜਾਣਦੇ ਹਾਂ ਕਿਸਾਨਾਂ ਦੀ ਜ਼ੁਬਾਨੀ। 2 ਸਾਲ ਹੋ ਗਏ ਗੱਦੀ ਦੇ ਉੱਤੇ ਬਿਰਾਜਮਾਨ ਹੋਇਆ ਨੂੰ, ਹੁਣ ਇਹ ਜਿਹੜੇ ਉਹ ਡਰਾਮੇ ਕੀਤੇ ਜਾ ਰਹੇ ਨੇ। ਸਮੁੱਚਾ ਕਰਜ਼ਾ ਖਤਮ ਕਰਨ ਤੋਂ ਇਹ ਕਹਿ ਕੇ ਜਵਾਬ ਦਿੱਤਾ ਜਾ ਰਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ, ਪਰ ਜਦੋਂ ਕਿਤੇ ਇਸ ਤਰ੍ਹਾਂ ਦੇ ਡਰਾਮੇ ਕਰਨੇ ਹੁੰਦੇ ਆ ਉਦੋਂ ਕਈ ਲੱਖ, 40 ਲੱਖ, 50 ਲੱਖ ਇਕੱਲੇ ਕਲਾਕਾਰਾਂ ਨੂੰ ਗਾਉਣ ਵਾਲਿਆਂ ਨੂੰ ਦਿੱਤਾ ਜਾਂਦਾ। 2 ਸਾਲ ਹੋ ਗਏ ਉਹਦੇ ਰਾਜ ਦੇ ਵਿੱਚ 1100 ਕਿਸਾਨਾਂ ਦੇ ਸਿਵੇ ਮੱਚ ਚੁੱਕੇ ਆ ਤੇ ਹਰ ਰੋਜ਼ 4 ਖੁਦਕੁਸ਼ੀਆਂ ਰੋਜ਼ ਹੁੰਦੀਆਂ ਨੇ। ਜੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਖਤਮ ਹੋ ਗਿਆ ਤਾਂ ਕਿਸਾਨ ਖੁਦਕੁਸ਼ੀਆਂ ਕਰਦੇ ਕਿਉਂ? ਕੋਈ ਕਰਜ਼ਾ ਨਹੀਂ ਮਾਫ ਹੋਇਆ ਜੀ, ਸਾਰੇ ਵਾਅਦੇ ਰਹਿ ਗਏ। ਇਕੱਲੇ ਮੇਰੇ ਕੋਲ 2.5 ਏਕੜ ਜ਼ਮੀਨ ਆ ਜੀ, ਨਾ ਮੇਰਾ 2.5 ਏਕੜ ਵਾਲੇ ਦਾ ਹੋਇਆਗਾ, ਪਿੱਛੇ ਕਹਿੰਦੇ 2.5 ਏਕੜ ਵਾਲਿਆਂ ਦੇ ਸਾਰਿਆਂ ਦੇ ਹੋ ਗਏ, ਕਿਸੇ ਦਾ ਅੱਧ ਤੋਂ ਵੱਧ ਪਏ ਨੇ, ਕਿਸੇ ਦਾ ਹੋ ਗਿਆ, ਕਿਸੇ ਨੂੰ ਹਜੇ ਸਰਟੀਫਿਕੇਟ ਕਿਸੇ ਦੇ ਹੱਥ 'ਚ ਨਹੀਂ ਆਇਆ ਵੀ ਕਿਸੇ ਨੂੰ ਸਰਟੀਫਿਕੇਟ ਦੇਤਾ ਹੋਵੇ। ਕਿਸੇ ਦਾ ਕਰਜ਼ਾ ਮਾਫ ਸਾਡੇ ਦਾ ਹਿਸਾਬ 'ਚ ਹੈ ਨਹੀਂ ਵੀ ਕਿਸੇ ਦਾ ਹੋ ਗਿਆ ਹੋਊਗਾ। ਕਾਂਗਰਸ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਤਾਂ ਜੀ ਵੱਡੇ ਵਾਅਦੇ ਕੀਤੇ ਸੀਗੇ ਕਰਜ਼ਾ ਮਾਫ ਬਾਰੇ, ਤੇ ਹੁਣ ਸਰਕਾਰ ਨੇ ਸਿਕਿਉਰਟੀਆਂ ਦਾ ਕੁਝ % ਕਰਜ਼ਾ ਮਾਫ ਹੋਇਆ ਜੀ। ਬਾਕੀ ਤਾਂ ਇਹ ਜਿਹੜਾ ਸਰਕਾਰੀ ਪ੍ਰਾਈਵੇਟ ਬੈਂਕਾਂ ਦਾ ਕਰਜ਼ਾ ਜਿਹਦਾ ਕਿਸਾਨ ਦੇ ਸਿਰ 'ਤੇ ਹੈ ਜੀ ਇਹ ਬੋਝ, ਉਹਦਾ ਕਰਕੇ ਕਿਸਾਨ ਹੁਣ ਖੁਦਕੁਸ਼ੀਆਂ ਦਾ ਕਾਰਨ ਬਣ ਰਿਹਾ ਹੈਗਾ। ਤੇ ਸਭ ਤੋਂ ਝੂਠੇ ਵਾਅਦੇ ਕਰਕੇ ਇਹਨਾਂ ਨੇ ਸਭ ਤੋਂ ਵੋਟਾਂ ਬਟੋਰ ਲਈਆਂ, ਇਹਨਾਂ ਨੇ ਵੋਟਾਂ ਪਾ ਕੇ ਸਰਕਾਰ ਬਣਾ ਗਈ, ਮੁੜ ਕੇ ਪਿੰਡਾਂ ਦੇ ਵਿੱਚ ਆ ਕੇ ਦੇਖਣ ਕੀ ਹਾਲ ਹੋਇਆ ਕਿਸਾਨਾਂ ਦਾ। ਇਹ ਇੱਕ ਡਰਾਮਾ ਰਚਿਆ ਹੋਇਆ, ਕੋਈ ਕਰਜ਼ਾ ਮਾਫ ਨਹੀਂ ਹੋਇਆ, ਨਿੱਤ ਡਰਾਮੇ ਦੀਆਂ ਖਬਰਾਂ ਆਉਂਦੀਆਂ। ਕਿਸਾਨ ਪੂਰੇ ਇਮੋਸ਼ਨ ਹੈ ਕਿਉਂਕਿ ਉਹਨਾਂ ਦਾ ਕਰਜ਼ਾ ਮਾਫ ਨਹੀਂ ਹੋਇਆ। ਉਹ ਦਿਨ ਰਾਤ ਕੋਈ ਤਾਂ ਬੈਂਕਾਂ 'ਚ ਭੌਂਕਦਾ ਫਿਰਦਾ, ਕੋਈ ਤਹਿਸੀਲਦਾਰਾਂ ਦੇ ਭੌਂਕਦਾ ਫਿਰਦਾ ਵੀ ਮੇਰੀ ਮਾਫੀ ਨਹੀਂ ਆਈ।
ਕੋਈ ਕਚਹਿਰੀਆਂ 'ਚ ਜਿਹੜੇ ਚੈੱਕ ਲਾਏ ਨੇ ਕੋਟਾਂ 'ਚ ਤੁਰਿਆ ਫਿਰਦਾ, ਇਸ ਕਰਕੇ ਕਿਸਾਨ ਨੇ ਜਿਹੜੇ ਨਾਰਾਜ਼ ਨੇ। ਕੋਈ ਵਾਅਦਾ ਨਹੀਂ ਪੂਰਾ ਹੁੰਦਾ ਦਿੰਦਾ ਸਾਨੂੰ ਤਾਂ। ਅਸੀਂ ਤਾਂ ਅੱਜ ਤੋਂ ਤੀਜੀ ਵਾਰ ਫਾਰਮ ਦੇ ਚੁੱਕੇ ਹਾਂ। 2.5 ਏਕੜ ਸਾਡੇ ਕੋਲੇ ਜ਼ਮੀਨ ਹੈ। ਤੀਜੀ ਵਾਰ ਫਾਰਮ ਲਈ ਖੜਾ, ਦੁਬਾਰੇ ਫੇਰ ਡੀਸੀ ਦਫ਼ਤਰ ਜਾਊਂਗਾ, ਦੇ ਕੇ ਆਊਂਗਾ। ਤੇ ਹਾਲੇ ਸਾਡੇ ਹਿਸਾਬ 'ਚ ਵੀ ਕੋਈ ਕੰਨ ਤੇ ਜੂ ਨਹੀਂ ਫਰਕੀ ਸਰਕਾਰ ਦੇ। ਕਰਜ਼ਾ ਉਹਦੇ ਵਿੱਚੋਂ ਸਿਰਫ ਤੇ ਸਿਰਫ ਜਿਹੜੇ ਛੋਟੇ ਕਿਸਾਨ ਨੇ, ਜਾਣੀ ਕਿ ਕਿਸੇ ਦਾ 10,000 ਕਿਸੇ ਦਾ 15,000 ਇਸ ਤਰ੍ਹਾਂ, ਜਾਣੀ ਕਿ ਵੀ ਇਹ ਜਿਹੜਾ ਹੋਇਆਗਾ ਮਾਫ ਇਸ ਤਰ੍ਹਾਂ ਹੋਇਆ, ਨਹੀਂ ਕਿਸੇ ਦੀ ਕੋਈ ਮਾਫੀ ਨਹੀਂ ਹੋਈ। ਥੋੜੇ ਮੋਟੇ ਕਰਜ਼ੇ ਮਾਫ ਕੀਤੇ ਨੇ ਜੀ। ਉਸ ਤੋਂ ਬਾਅਦ ਵੋਟਾਂ ਤੋਂ ਬਾਅਦ ਜੀ ਕਹਿੰਦੇ ਨੇ ਵਾਅਦੇ ਕਰਦੇ ਨੇ, ਅਸੀਂ ਉਹ ਕਰਤਾ ਜੀ ਉਹ ਕਰਤਾ, ਇਹਨਾਂ ਨੇ ਕੁਝ ਨਹੀਂ ਕਰਿਆ। ਆ ਹੈ ਗੁਟਕਾ ਸਾਹਿਬ, ਔਰ ਉਹ ਇੱਥੋਂ 30 ਕਿਲੋਮੀਟਰ ਦੂਰ ਦਮਦਮਾ ਸਾਹਿਬ। ਮੈਂ ਇਹ ਦਮਦਮਾ ਸਾਹਿਬ ਵੱਲ ਗੁਟਕਾ ਸਾਹਿਬ ਨੂੰ ਚੱਕ ਕੇ ਸਹੁੰ ਖਾਣਾ ਅੱਜ ਕਿ ਪਹਿਲੀ ਗੱਲ, ਇਹ ਜੋ ਨਸ਼ਿਆਂ ਦਾ ਕੰਮ ਹੈ, ਜੋ ਆਮ ਆਦਮੀ ਕਹਿੰਦਾ 4 ਮਹੀਨਿਆਂ 'ਚ ਮੈਂ ਖਤਮ ਕਰ ਦੂੰ, ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹਦੇ ਲੱਕ ਤੋੜ ਕੇ ਛੱਡੂਗਾ। ਸਰਕਾਰ ਦੇ ਪਿਛਲੇ 2 ਸਾਲ ਦੇ ਕਾਰਜਕਾਲ ਦੇ ਵਿੱਚ ਨਸ਼ੇ ਨੂੰ ਕਿੰਨੀ ਕੁ ਠੱਲ ਪਈ, ਨੌਜਵਾਨਾਂ ਦੇ ਪਰਿਵਾਰ, ਆਮ ਜਨਤਾ ਸਰਕਾਰ ਦੇ ਇਸ ਕੀਤੇ ਵਾਅਦੇ ਤੋਂ ਕਿੰਨੀ ਕੁ ਸੰਤੁਸ਼ਟ ਹੈ, ਸਰਕਾਰ ਆਪਣੇ ਇਸ ਵਾਅਦੇ ਨੂੰ ਨਿਭਾਉਣ 'ਚ ਕਿੰਨੀ ਕੁ ਜੀ ਜਾਨ ਲਾ ਕੇ ਕੋਸ਼ਿਸ਼ ਕਰ ਰਹੀ ਹੈ। ਆਓ ਵੇਖਦੇ ਹਾਂ ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਕਿ ਸਰਕਾਰ ਦੀ ਛਤਰ ਛਾਇਆ ਵਿੱਚ ਨਸ਼ਾ ਖਤਮ ਹੋਇਆ ਹੈ ਜਾਂ ਨਸ਼ੇ ਨੂੰ ਹੋਰ ਬੜਾਵਾ ਮਿਲਿਆ ਹੈ। ਇਹਨਾਂ ਨੇ ਝੂਠ ਦਾ ਸਹਾਰਾ ਲੈ ਕੇ ਇਹ ਸਰਕਾਰ ਬਣਾਈ ਸੀ, ਉਹ ਜਿਹਦੇ ਵਿੱਚ ਇੱਕ ਬੜਾ ਵੱਡਾ ਮੁੱਦਾ ਕੈਪਟਨ ਸਾਹਿਬ ਨੇ 4 ਹਫ਼ਤਿਆਂ ਦੇ ਵਿੱਚ ਨਸ਼ਾ ਮੁਕਤ ਪੰਜਾਬ ਕਰਨ ਦਾ ਇਹਨਾਂ ਨੇ ਫੈਸਲਾ ਕੀਤਾ ਸੀ। ਲੇਕਿਨ 2 ਸਾਲ ਦੇ ਵਿੱਚ ਨਸ਼ਾ ਵਧਿਆ ਨਾ ਕਿ ਘਟਿਆ, ਔਰ ਨਸ਼ੇ ਦੇ ਮਾਮਲੇ ਤੇ ਜਿਹੜੀ ਸਰਕਾਰ ਹੈ ਉਹ ਪੂਰੀ ਤਰ੍ਹਾਂ ਫਲਾਪ ਹੋ ਚੁੱਕੀ ਹੈ। ਇਸ ਚੀਜ਼ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਕੋਈ ਨਾ ਕੋਈ ਨਵਾਂ ਸ਼ੋਸ਼ੇਬਾਜ਼ੀ ਜਿਹੜੀ ਹੈ ਸਰਕਾਰ ਕਰ ਰਹੀ ਹੈ। ਅੱਗੇ ਨਾਲੋਂ ਵੀ ਦੁੱਗਣਾ ਚੌਗਣਾ ਹੋ ਚੁੱਕਿਆ ਹੈ। ਖਤਮ ਤਾਂ ਕੀ ਹੋਣਾ ਸੀਗਾ, ਸਰਕਾਰ ਦਾ ਧਿਆਨ ਹੀ ਨਹੀਂ ਜੀ। ਯਤਨ ਕਰਨਾ ਤਾਂ ਬੜੀ ਦੂਰ ਦੀ ਗੱਲ, ਪੰਜਾਬ ਵਾਸਤੇ ਟਾਈਮ ਹੀ ਹੈ ਨਹੀਂ ਤੇ ਨਸ਼ਾ ਕੀ ਖਤਮ ਹੋਣਾ ਹੈ। ਪੰਜਾਬ 'ਚ ਸਰਕਾਰ ਨਾਮ ਦੀ ਕੋਈ ਚੀਜ਼ ਰਹੀ ਨਹੀਂ ਗਈ। ਪੰਜਾਬ 'ਚ ਨਸ਼ਾ ਦਿਨ ਦਿਨ ਵੱਧ ਰਿਹਾ ਹੈ। ਪੰਜਾਬ ਨੇ ਵਾਅਦਾ ਕੀਤਾ ਸੀ ਕਿ ਅਸੀਂ ਨਸ਼ਾ 2-4 ਮਹੀਨਿਆਂ 'ਚ ਖਤਮ ਕਰ ਦਾਂਗੇ, ਇਹ ਉਲਟਾ ਦੁਗਣਾ ਚੁਗਣਾ ਹੋ ਕੇ ਵੱਧ ਰਿਹਾ ਹੈ। ਸਰਕਾਰ ਦਾ ਇਸ ਚੀਜ਼ ਵੱਲ ਕੋਈ ਧਿਆਨ ਨਹੀਂ ਆ ਰਿਹਾ। ਨਸ਼ਿਆਂ ਦੀ ਬਹੁਤ ਬੁਰੀ ਹਾਲਤ ਹੈ ਪੰਜਾਬ 'ਚ, ਖਾਸ ਕਰਕੇ ਸਾਡੇ ਜਲਾਲਾਬਾਦ ਹਲਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਹੈ। ਬਾਲੂ ਦੇ ਰਹਿੰਦੇ ਪਿੰਡਾਂ ਦੇ ਵਿੱਚ ਇੰਨਾ ਨਸ਼ਾ ਹੈ ਕੋਈ ਕਹਿਣ ਦੀ ਗੱਲ ਨਹੀਂ। ਜਦੋਂ ਦਾ ਰਾਜ ਕਾਂਗਰਸ ਦਾ ਆਇਆ ਉਹਦਾ ਵਧਿਆ, ਸਗੋਂ ਨਸ਼ਾ ਘਟਿਆ ਨਹੀਂ। ਅਸਤੇ ਲੋਕ ਇਹਨਾਂ ਤੋਂ ਵੱਧਦਾ ਨਾ ਪਾਰਲੀਮੈਂਟ ਦੀ ਅਗਲੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਸਿਖਾਇਆ ਜਾਏਗਾ। ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਵੀ ਕੋਈ ਨਸ਼ਾ ਇੱਕ ਮਿੰਟ ਨਹੀਂ ਘਟਿਆ, ਵੱਧ ਤੋਂ ਵੱਧ ਜ਼ਿਆਦਾ ਹੋ ਗਿਆ ਜੀ। ਆ ਟੰਡੀ ਕਦੀਮ ਨਾਲ ਸਾਡੇ ਇੰਨਾ ਨਸ਼ਾ ਅਤੇ ਹੱਦੋਂ ਜ਼ਿਆਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਗੇ ਨਾਲੋਂ 10 ਗੁਣਾ ਵੱਧ ਗਿਆ। ਇਹ ਲੁੱਕ ਛੁਪ ਕੇ ਨਸ਼ਾ ਕੀਤਾ ਜਾਂਦਾ ਹੈ। ਇਹ ਕਿੱਤੇ ਦਾ ਪ੍ਰਸਾਰ ਇਸ ਤਰ੍ਹਾਂ ਦਾ ਕਿ ਟੀਕੇ ਲਗਾਏ ਜਾਂਦੇ ਨੇ ਸੇਮ ਨਾਲੀ ਦੇ ਖੇਤਾਂ ਵਿੱਚ। ਇਹਦੇ ਸਰਿੰਜਾਂ ਜ਼ਿਮੀਂਦਾਰਾਂ ਨੂੰ ਬੱਚਿਆਂ ਦਾ ਨੁਕਸਾਨ ਹੈ ਤੇ ਇਹਦੇ ਤੇ ਠੱਲ ਪਾਉਣ ਲਈ ਪ੍ਰਸ਼ਾਸਨ ਨੂੰ ਹੋਰ ਅੱਗੇ ਵੱਧ ਕੇ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਵਗ ਰਹੇ ਨਸ਼ੇ ਦੇ 6ਵੇਂ ਦਰਿਆ ਨੇ ਫਾਜ਼ਿਲਕਾ ਦੇ ਪਿੰਡ ਕਾਠਗੜ੍ਹ ਦੇ ਇਸ ਪਰਿਵਾਰ ਨੂੰ ਵੀ ਆਪਣੇ ਕਲੀਵੇ ਵਿੱਚ ਲੈ ਲਿਆ। ਘਰ ਦੀਆਂ ਧੀਆਂ ਤੱਕ ਵੀ ਚਿੱਟੇ ਵਰਗੇ ਨਸ਼ੇ ਦੀਆਂ ਆਦੀ ਹੋਈਆਂ ਨੇ, ਪਰ ਇਹਨਾਂ ਦੀ ਮਾਂ ਨੇ ਹਿੰਮਤ ਨਾ ਹਾਰੀ ਤੇ ਲੰਮੀ ਜੱਦੋਜਹਿਦ ਤੋਂ ਬਾਅਦ ਆਪਣੀ ਧੀਆਂ ਨੂੰ ਨਸ਼ਾ ਮੁਕਤ ਕਰਵਾ ਕੇ ਹੀ ਦਮ ਲਿਆ। ਮੇਰੇ ਬੱਚਿਆਂ ਨੂੰ ਕੋਈ ਨਹੀਂ ਕਹਿੰਦਾ ਸੀ ਵੀ ਇਹ ਨਸ਼ਾ ਛੱਡ ਜਾਣਗੇ, ਪਰ ਮੈਂ ਆਪਦੇ ਇੱਕ ਦੇ ਜ਼ੋਰ ਤੇ ਨਸ਼ਾ ਛਡਾ ਹੀ ਛੱਡਿਆ ਬੱਚਿਆਂ ਦਾ। ਮੈਨੂੰ ਇੱਥੇ ਫੜ ਕੇ ਲੈ ਗਏ ਵੈਰੋਕੀ ਵਾਲੇ, ਇਹਨਾਂ ਮੇਰੇ ਤੇ ਨਜਾਇਜ਼ ਪਰਚਾ ਕਰਤਾ। ਮੈਂ ਬੜੀਆਂ ਮਿੰਨਤਾਂ ਕੀਤੀਆਂ ਕਿ ਮੇਰੇ ਬੱਚੇ ਇਸ ਟਾਈਮ ਮਰਨ ਨੂੰ ਪਏ ਨੇ, ਇਹਨਾਂ ਕੋਈ ਮੇਰੀ ਸੁਣਾਈ ਨਹੀਂ ਕੀਤੀ। ਕਹਿੰਦੇ ਅਸੀਂ DFC ਕਹਿੰਦਾ ਅਸੀਂ ਇਹਨਾਂ ਦੀ ਮਦਦ ਕਰਾਂਗੇ, ਉਹ ਕਰਾਂਗੇ, ਬੱਚੇ ਦਾਖਲ ਕਰਾਵਾਂਗੇ। ਕਿਸੇ ਬੱਚੇ ਨਹੀਂ ਦਾਖਲ ਕਰਾਏ। ਮੈਂ 20-25 ਦਿਨਾਂ 'ਚ ਮੇਰੀ ਜ਼ਬਾਨਤ ਹੋਈ, ਮੈਂ ਬਾਹਰ ਆਈ। ਮੈਂ ਬੱਚਿਆਂ ਤੇ ਫੜਾ ਤੇ ਜਿਵੇਂ ਮਰਜ਼ੀ ਮੈਂ ਆਪਦੇ ਬੱਚੇ ਸੁਧਾਰ ਲੈਣੇ। ਮਾਂ ਨੇ ਆਪਣੀ ਧੀਆਂ ਨੂੰ ਤਾਂ ਨਸ਼ੇ ਦੀ ਦਲਦਲ ਚੋਂ ਜ਼ਰੂਰ ਬਚਾ ਲਿਆ, ਪਰ ਇਸ ਮਾਂ ਦੇ ਇਲਜ਼ਾਮ ਨੇ ਕਿ ਇਲਾਕੇ ਦੇ ਵਿੱਚ ਚਿੱਟਾ ਹਾਲੇ ਵੀ ਸ਼ਰੇਆਮ ਵਿਕ ਰਿਹਾ ਹੈ ਤੇ ਪੁਲਿਸ ਤੇ ਸਰਕਾਰ ਚੁੱਪ ਨੇ।
ਚਿੱਟਾ ਵਾਧੂ ਆ ਵਿਕੀ ਜਾਂਦਾ, ਸਾਰੇ ਪਿੰਡਾਂ 'ਚ ਵਿਕੀ ਜਾਂਦਾ ਹੈ। ਬਸ ਬਾਕੀ ਜਿਹੜੇ ਆ ਸਾਡੇ ਰੰਗੇ ਲੋਕ ਗਰੀਬਾਂ ਨੇ, ਗਰੀਬਾਂ ਤੇ ਰੋਹ ਪਾਈ ਜਾਂਦੇ ਨੇ ਤੇ ਬਾਕੀ ਸ਼ਰੇਆਮ ਵਿਕੀ ਜਾਂਦਾ ਨਸ਼ਾ। ਸਭ ਦੁਨੀਆ ਨੂੰ ਪਤਾ ਹੈ, ਪੁਲਿਸ ਵਾਲਿਆਂ ਨੂੰ ਵੀ ਪਤਾ ਹੈ, ਸਭ ਨੂੰ ਪਤਾ ਹੈ, ਤੇ ਕਿੰਨਾਂ ਨੂੰ ਪਤਾ ਨਹੀਂ ਹੈਗਾ। ਪੀੜਿਤ ਪਰਿਵਾਰ ਵੱਲੋਂ ਫਾਜ਼ਿਲਕਾ ਵਿੱਚ ਸ਼ਰੇਆਮ ਵਿਕਰੇ ਨਸ਼ੇ ਦੇ ਦਾਅਵੇ ਨੇ ਸਰਕਾਰ ਦੇ ਉਹਨਾਂ ਤਮਾਮ ਦਾਅਵਿਆਂ ਤੇ ਸਵਾਲ ਖੜਾ ਕਰ ਦਿੱਤਾ ਹੈ, ਜਿਸ ਵਿੱਚ ਪੰਜਾਬ ਸਰਕਾਰ ਨਸ਼ਾ ਮੁਕਤ ਪੰਜਾਬ ਦਾ ਦਾਅਵਾ ਕਰਦੀ ਨਹੀਂ ਥੱਕਦੀ। ਪੀਐਸ ਰਾਣੂ, ਪੀਟੀਸੀ ਨਿਊਜ਼, ਫਾਜ਼ਿਲਕਾ।